हेलो एवरीवन, वेलकम टू विक्टर्स नॉलेज। दिस इज चीनू शर्मा। सो ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਐਗਜ਼ਾਮ ਦਾ ਸਿਲੇਬਸ ਡਿਸਕਸ ਕਰਨ ਜਾ ਰਹੀ ਹਾਂ ਤੇ ਉਹਦੇ ਲਈ ਜੇ ਤੁਸੀਂ ਸੈਲਫ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਕੀ ਸਟ੍ਰੈਟਜੀ ਹੋਣੀ ਚਾਹੀਦੀ ਆ, ਕਿਹੜੇ-ਕਿਹੜੇ ਬੈਸਟ ਸੋਰਸਿਸ ਨੇ ਮੇਰੇ ਅਕੋਰਡਿੰਗ। ਸੋ ਇਹ ਹੈ ਐਗਜ਼ਾਮ ਪੀਪੀਐਸਸੀ ਦੁਆਰਾ ਜਿਹੜਾ ਕੰਡਕਟ ਕੀਤਾ ਜਾਂਦਾ ਹੈ ਐਗਜ਼ੀਕਿਊਟਿਵ ਦੀਆਂ ਆਫੀਸਰ ਲੈਵਲ ਦੀਆਂ ਅਲੱਗ-ਅਲੱਗ ਪੋਜੀਸ਼ਨਸ ਦੇ ਲਈ। ਪੰਜਾਬ ਸਿਵਲ ਸਰਵਿਸਿਜ਼ ਐਗਜ਼ਾਮ, ਦਿਸ ਐਗਜ਼ਾਮ ਇਜ਼ ਵੈਰੀ ਇੰਪੋਰਟੈਂਟ। बहुत वधिया पोजीशंस ने। ਜਿਹੜੇ ਸਟੂਡੈਂਟਸ ਵੀ ਕਿਸੇ ਹਾਇਰ ਲੈਵਲ ਦੇ ਆਫੀਸਰ ਦਾ ਡ੍ਰੀਮ ਦੇਖ ਰਹੇ ਨੇ ਉਹਨਾਂ ਦੇ ਲਈ ਇਹ ਐਗਜ਼ਾਮ ਪਰਫੈਕਟ ਹੈ। ਪਰ ਆਪਾਂ ਨੂੰ ਪਤਾ ਹੈ ਕਿ ਜਿੰਨਾ ਵਧੀਆ ਲੈਵਲ ਦਾ ਪੇਪਰ ਹੁੰਦਾ ਉਹਨਾਂ ਜ਼ਿਆਦਾ ਟਫ ਕੰਪੀਟੀਸ਼ਨ ਹੁੰਦਾ, ਉਹਦੀ ਤਿਆਰੀ ਆਪਾਂ ਨੂੰ ਉਨੀ ਜ਼ਿਆਦਾ ਡੀਪ ਕਰਨੀ ਪੈਂਦੀ ਹੈ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਆ ਕਿ ਜਿਹੜਾ ਇਹ ਪੇਪਰ ਹੈ ਇਹ ਰੈਗੂਲਰ ਨਹੀਂ ਹੁੰਦਾ। ਇਹ ਨਹੀਂ ਕਿ ਯੂਪੀਐਸਸੀ ਦੀ ਤਰ੍ਹਾਂ ਇਹ ਹਰ ਸਾਲ ਹੋਵੇ, ਘੱਟੋ ਘੱਟ 2-3 ਸਾਲ ਦਾ ਗੈਪ ਹੁੰਦਾ। ਸੋ ਕੰਪੀਟੀਸ਼ਨ ਵੀ ਉਨਾ ਹੀ ਜ਼ਿਆਦਾ ਵੱਧ ਜਾਂਦਾ। ਪਰ ਜੇ ਤੁਸੀਂ ਸਹੀ ਅਪਰੋਚ ਦੇ ਨਾਲ ਇੱਕ ਪੂਰਾ ਦਾ ਪੂਰਾ ਸਾਲ ਇਸ ਪੇਪਰ ਦੀ ਤਿਆਰੀ ਨੂੰ ਦੇ ਰਹੇ ਹੋ ਦੈਨ ਤੁਸੀਂ ਡੈਫੀਨੇਟਲੀ ਇਸ ਐਗਜ਼ਾਮ ਨੂੰ ਕਲੀਅਰ ਕਰ ਸਕਦੇ ਹੋ, ਕਿਉਂਕਿ ਜਿਹੜਾ ਸਿਲੇਬਸ ਹੈ ਉਹ ਬਹੁਤ ਹੀ ਕਲੀਅਰ ਹੈ। ਪਰ ਤੁਹਾਨੂੰ ਇੱਕ ਸਹੀ ਸਟ੍ਰੈਟਜੀ ਦੀ ਜ਼ਰੂਰਤ ਹੈ। ਸੋ ਹੁਣ ਆਪਾਂ ਡਿਸਕਸ ਕਰਾਂਗੇ ਕਿ ਕਿਵੇਂ ਪੇਪਰ ਹੁੰਦੇ ਨੇ, ਕਿਹੜੀ ਸਟੇजेस ਦੇ ਵਿੱਚ ਕੀ ਬੈਸਟ ਸੋਰਸਿਸ ਹੋ ਸਕਦੇ ਨੇ। ਨਾਓ ਲੈਟਸ ਮੂਵ ਫਰਦਰ। ਸੋ ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਦਿਮਾਗ ਵਿੱਚ ਇਸ ਚੀਜ਼ ਨੂੰ ਲੈ ਆਏ ਕਿ ਤੁਸੀਂ ਪੰਜਾਬ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦਾ ਪੈਟਰਨ ਕੀ ਹੈ, ਸਿਲੇਬਸ ਕੀ ਹੈ, ਇਹ ਚੀਜ਼ਾਂ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀਆਂ ਨੇ। ਯੂ ਮਸਟ ਬੀ ਫੈਮੀਲੀਅਰ ਵਿਦ ਦ ਪੈਟਰਨ ਸਟਰਕਚਰ ਆਫ ਦ ਐਗਜ਼ਾਮ ਐਟ ਫਸਟ ਸਟੇਜ। ਸੋ 3 ਲੈਵਲ ਤੇ ਇਹ ਪੇਪਰ ਹੁੰਦਾ ਹੈ। ਪਹਿਲਾ ਹੁੰਦਾ ਪ੍ਰੀਲਿਮਿਨਰੀ ਐਗਜ਼ਾਮ, ਇਹਦੇ ਵਿੱਚ 2 ਪੇਪਰ ਹੁੰਦੇ ਨੇ ਤੇ ਇਹ ਸਿਰਫ ਕੁਆਲੀਫਾਈਂਗ ਨੇਚਰ ਦਾ, ਤੁਸੀਂ ਮੈਰਿਟ ਕਲੀਅਰ ਕਰਨੀ ਹੈ ਪਰ ਇਹਦਾ ਇਹ ਮਤਲਬ ਨਹੀਂ ਕਿ ਪ੍ਰੀਲਿਮ ਦੇ ਮਾਰਕਸ ਕਿਤੇ ਅੱਗੇ ਜਾ ਕੇ ਜੁੜਦੇ ਨੇ। ਸੋ ਪ੍ਰੀਲਿਮਿਨਰੀ ਦੇ ਵਿੱਚ 2 ਪੇਪਰ ਹੁੰਦੇ ਨੇ, ਜਨਰਲ ਸਟੱਡੀਜ਼ ਦਾ, ਸੀਸੈਟ ਦਾ। ਸੇਮ ਡੇ ਇੱਕ ਹੀ ਦਿਨ ਵਿੱਚ ਇਹ ਦੋਨੋਂ ਪੇਪਰ ਲਏ ਜਾਂਦੇ ਨੇ। ਜਿਹੜਾ ਜਨਰਲ ਸਟੱਡੀਜ਼ ਦਾ ਪੇਪਰ ਹੈ ਉਹਦੇ ਚ 100 ਕੁਐਸਚਨ ਹੁੰਦੇ ਨੇ 2-2 ਨੰਬਰਾਂ ਦੇ, ਸੋ ਟੋਟਲ 200 ਨੰਬਰ ਦਾ। ਸੀਸੈਟ ਦਾ ਪੇਪਰ ਹੈ 80 ਕੁਐਸਚਨ ਹੁੰਦੇ ਨੇ 2.5 ਨੰਬਰਾਂ ਦਾ ਇੱਕ ਕੁਐਸਚਨ, ਟੋਟਲ 200 ਨੰਬਰ। ਹੁਣ ਜਦੋਂ ਤੱਕ ਇਹ ਲੇਟੈਸਟ ਪੇਪਰ ਹੋਇਆ ਸਾਲ 2021 ਵਿੱਚ, ਉਦੋਂ ਤੱਕ ਇਸ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਸੀ। ਪਰ ਨੈਗੇਟਿਵ ਮਾਰਕਿੰਗ ਨੂੰ ਲੈ ਕੇ ਬਹੁਤ ਸਾਰੇ ਕੇਸਿਸ ਆਲਰੇਡੀ ਚੱਲ ਰਹੇ ਨੇ ਕੋਰਟਸ ਵਿੱਚ। ਬਹੁਤ ਸਾਰੇ ਸਟੂਡੈਂਟਸ ਦੀ ਡਿਮਾਂਡ ਹੈ ਕਿ ਹੋਣਾ ਚਾਹੀਦਾ, ਕਈ ਕਹਿੰਦੇ ਨੇ ਨਹੀਂ ਹੋਣਾ ਚਾਹੀਦਾ। ਪਰ ਹਜੇ ਤੱਕ ਜਦੋਂ ਤੱਕ ਰੀਸੈਂਟ ਪੇਪਰ ਕੰਡਕਟ ਕੀਤਾ ਗਿਆ ਹੈ ਡਿਪਾਰਟਮੈਂਟ ਨੇ, ਪੀਪੀਐਸਸੀ ਨੇ ਕਲੀਅਰ ਕਰਤਾ ਸੀ ਕਿ ਨੈਗੇਟਿਵ ਮਾਰਕਿੰਗ ਨਹੀਂ ਹੈ। ਜਿਵੇਂ ਦਾ ਪਿਛਲੇ ਸਾਲਾਂ ਤੋਂ ਇਹਦਾ ਪੈਟਰਨ ਚੱਲਦਾ ਆ ਰਿਹਾ ਉਵੇਂ ਹੀ ਇਹ ਪੇਪਰ ਦਾ ਪੈਟਰਨ ਚੱਲੂਗਾ। ਸੋ ਹਜੇ ਆਪਾਂ ਇਹੀ ਮੰਨ ਕੇ ਚੱਲ ਰਹੇ ਹਾਂ ਕਿ ਨੈਗੇਟਿਵ ਮਾਰਕਿੰਗ ਨਹੀਂ ਹੈ ਪੰਜਾਬ ਪੀਸੀਐਸ ਐਗਜ਼ਾਮ ਦੇ ਵਿੱਚ। ਸੋ ਆਈ ਹੋਪ ਤੁਸੀਂ ਸਮਝ ਗਏ ਕਿ ਜਿਹੜਾ ਪ੍ਰੀਲਿਮਿਨਰੀ ਐਗਜ਼ਾਮ ਆ ਜਿਹਦੀ ਤੁਸੀਂ ਮੇਨ ਦਿਮਾਗ 'ਚ ਰੱਖ ਕੇ ਹੁਣ ਤਿਆਰੀ ਸ਼ੁਰੂ ਕਰਨੀ ਹੈ, ਉਹਦੇ ਵਿੱਚ 2 ਪੇਪਰ ਹੋਣਗੇ ਤੇ ਦੋਨਾਂ ਦੇ ਨੰਬਰ ਇਕੱਠੇ ਜੁੜਦੇ ਨੇ। ਬਹੁਤ ਸਾਰੇ ਸਟੂਡੈਂਟ ਨੂੰ ਇਹ ਡਾਊਟ ਹੁੰਦਾ ਕਿ ਸੀਸੈਟ ਦੇ ਸ਼ਾਇਦ ਨੰਬਰ ਨਹੀਂ ਜੁੜਦੇ, ਕਿਉਂਕਿ ਜੇ ਤੁਸੀਂ ਯੂਪੀਐਸਸੀ ਦੀ ਗੱਲ ਕਰੋ ਜਾਂ ਕਿਸੇ ਹੋਰ ਸਟੇਟ ਸਿਵਲ ਸਰਵਿਸਿਜ਼ ਦੀ, ਹਰਿਆਣਾ ਦੀ ਗੱਲ ਕਰੋ ਤਾਂ ਉੱਥੇ ਸੀਸੈਟ ਸਿਰਫ ਕੁਆਲੀਫਾਈਂਗ ਨੇਚਰ ਦਾ ਹੁੰਦਾ, ਤੁਸੀਂ ਸਿਰਫ 33% ਨੰਬਰ ਲੈਣੇ ਨੇ। ਪਰ ਉਰੇ ਇੱਕ ਇੰਪੋਰਟੈਂਟ ਚੀਜ਼ ਆ, ਐਡਵਾਂਟੇਜ ਵੀ ਆ, ਕਿਉਂਕਿ 2.5 ਨੰਬਰਾਂ ਦਾ ਇੱਕ ਕੁਐਸਚਨ ਹੈ ਤੇ ਇਹ ਸੀਸੈਟ ਦੇ ਵਿੱਚ ਪੰਜਾਬੀ ਵੀ ਆਉਣੀ ਹੈ, ਇੰਗਲਿਸ਼ ਵੀ ਆਉਣੀ ਹੈ, ਬੇਸਿਕ ਕਮਿਊਨੀਕੇਸ਼ਨ ਸਕਿੱਲ ਵੀ ਆਉਣੇ ਨੇ, ਰੀਜ਼ਨਿੰਗ ਵੀ ਆਉਣੀ ਹੈ, ਕੁਆਂਟ ਬਹੁਤ ਥੋੜਾ ਜਿਹਾ ਆਉਂਦਾ। ਸੋ 2.5 ਨੰਬਰਾਂ ਦਾ ਇੱਕ ਕੁਐਸਚਨ ਹੈ, 80 ਕੁਐਸਚਨ ਨੇ। ਜਿਹੜੇ ਸਟੂਡੈਂਟ ਦਾ ਉਰੇ ਹੁਣ ਸੀਸੈਟ ਸਟਰੋਂਗ ਹੈ ਉਹਨੂੰ ਵੀ ਕਾਫੀ ਫਾਇਦਾ ਹੁੰਦਾ ਹੈ ਇਹ ਪੇਪਰ ਕਲੀਅਰ ਕਰਨ ਦੇ ਵਿੱਚ। ਸੋ ਉਰੇ ਹੁਣ ਬਾਕੀ ਪੇਪਰਾਂ ਦੀ ਤਰ੍ਹਾਂ ਨਹੀਂ ਹੈ ਕਿ ਸਿਰਫ ਤੁਸੀਂ ਜੀਐਸ ਤੇ ਫੋਕਸ ਕਰਨਾ ਹੈ। ਜਿੰਨੀ ਤਿਆਰੀ ਜਨਰਲ ਸਟੱਡੀਜ਼ ਦੀ ਕਰਨੀ ਹੈ ਓਨੀ ਹੀ ਤਿਆਰੀ ਤੁਸੀਂ ਸੀਸੈਟ ਦੀ ਕਰਨੀ ਹੈ, ਕਿਉਂਕਿ ਤੁਹਾਨੂੰ ਮੈਰਿਟ ਵਿੱਚ ਸੀਸੈਟ ਹੀ ਲੈ ਕੇ ਆਉਂਦਾ, ਕਿਉਂਕਿ 2.5 ਨੰਬਰਾਂ ਦਾ ਇੱਕ ਕੁਐਸਚਨ ਹੈ, ਕੁਐਸਚਨ ਘੱਟ ਨੇ, 80 ਨੇ। ਸੋ ਇਹ ਸੀ ਪੇਪਰ 1 ਤੇ ਪੇਪਰ 2। ਆਈ ਐਮ ਰਿਪੀਟਿੰਗ, ਦੋਨੋਂ ਪੇਪਰ ਇੱਕ ਹੀ ਦਿਨ ਵਿੱਚ ਲਏ ਜਾਂਦੇ ਨੇ। ਉਸ ਤੋਂ ਬਾਅਦ ਆਉਂਦਾ ਜਦੋਂ ਤੁਸੀਂ ਪ੍ਰੀਲਿਮ ਕਲੀਅਰ ਕਰ ਲਿਆ, ਮੈਰਿਟ ਵਿੱਚ ਆ ਗਏ, ਫਿਰ ਪ੍ਰੀਲਿਮ ਨੂੰ ਛੱਡਿਆ ਜਾਂਦਾ, ਉਹਦੇ ਨੰਬਰ ਅੱਗੇ ਕਿਤੇ ਨਹੀਂ ਜੁੜਦੇ। ਫਿਰ ਮੇਨ ਆਉਂਦਾ ਮੇਨਸ ਦਾ ਪੇਪਰ। ਉਰੇ ਹੁਣ ਤੁਸੀਂ ਆਨਸਰ ਰਾਈਟਿੰਗ, ਜਿਵੇਂ ਆਪਾਂ ਛੋਟੇ ਹੁੰਦੇ ਸਕੂਲ ਟਾਈਮ ਪੇਪਰਾਂ 'ਚ ਆਨਸਰ ਲਿਖਦੇ ਸੀ ਵੱਡੇ ਵੱਡੇ, ਉਵੇਂ ਉਰੇ ਹੁਣ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਨੇ, ਉਹਨਾਂ ਦੇ ਤੁਸੀਂ ਆਨਸਰ ਲਿਖਣੇ ਹੁੰਦੇ ਨੇ। ਸਬਜੈਕਟਿਵ ਟਾਈਪ ਟੋਟਲ 7 ਪੇਪਰ ਹੁੰਦੇ ਨੇ, ਇਹ ਤੁਸੀਂ ਯਾਦ ਰੱਖਣਾ ਹੈ। 7 ਪੇਪਰ, 1350 ਨੰਬਰ ਹੁੰਦੇ ਨੇ ਟੋਟਲ ਮੇਨਸ ਦੇ ਪੇਪਰਾਂ ਦੇ। 150 ਨੰਬਰ ਦੀ ਫਿਰ ਹੁੰਦੀ ਹੈ ਇੰਟਰਵਿਊ।
ਦੋਨਾਂ ਦੇ ਨੰਬਰ ਜੋੜ ਕੇ ਕੁੱਲ 1500 ਨੰਬਰਾਂ ਚੋਂ ਫਿਰ ਥੋੜਾ ਫਾਈਨਲ ਰਿਜ਼ਲਟ ਆਉਂਦਾ। ਸੋ ਫਾਈਨਲ ਜਿਹੜੀ ਮੈਰਿਟ ਤਿਆਰ ਹੁੰਦੀ ਹੈ ਮੇਨਸ ਤੇ ਇੰਟਰਵਿਊ ਦੇ ਨੰਬਰਾਂ ਨੂੰ ਜੋੜ ਕੇ ਤਿਆਰ ਹੁੰਦੀ ਹੈ। ਟੋਟਲ ਹੁੰਦੇ ਨੇ 1500 ਨੰਬਰ। ਸੋ ਇੰਟਰਵਿਊ ਸਿਰਫ 150 ਨੰਬਰ ਦੀ ਹੈ। ਤੁਸੀਂ ਮੇਨਸ ਦੇ ਵੱਲ ਮੇਨ ਜ਼ਿਆਦਾ ਤੋਂ ਜ਼ਿਆਦਾ ਫੋਕਸ ਕਰਨਾ ਹੈ ਜਦੋਂ ਤੁਹਾਡੀ ਇੱਕ ਵਾਰੀ ਪ੍ਰੀਲਿਮ ਕਲੀਅਰ ਹੋ ਜਾਂਦੀ ਹੈ। ਸੋ ਹੁਣ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਜਿਹੜੇ 7 ਪੇਪਰ ਹੋਣੇ ਨੇ ਉਹ ਕਿਹੜੇ-ਕਿਹੜੇ ਸਬਜੈਕਟ ਦੇ ਹੋਣੇ ਨੇ ਮੇਨਸ ਵਿੱਚ। ਸੋ ਪੰਜਾਬੀ, ਇੰਗਲਿਸ਼, ਇਹ ਦੋਨੋਂ ਸਪੈਸ਼ਲੀ ਸਿਲੇਬਸ ਲਿਖਿਆ ਹੋਇਆ ਕਿ ਬਸ ਤੁਸੀਂ +2 ਲੈਵਲ ਦੀ ਕਰਨੀ ਹੈ, ਕੋਈ ਬਹੁਤ ਹਾਇਰ ਲੈਵਲ ਦੀ ਨਹੀਂ। ਜਿਹੜੀ ਗ੍ਰਾਮਰ ਆ ਉਹ ਤੁਸੀਂ +2 ਲੈਵਲ ਦੀ ਕਰਨੀ ਹੈ। 100 ਨੰਬਰ ਦੀ ਪੰਜਾਬੀ, 100 ਨੰਬਰ ਦੀ ਇੰਗਲਿਸ਼। 3rd ਨੰਬਰ ਤੇ ਹੈ ਐਸੇ, ਅਲੱਗ ਤੋਂ ਇੱਕ ਐਸੇ ਆਉਂਦਾ, 150 ਨੰਬਰ ਦਾ ਐਸੇ ਹੁੰਦਾ। ਫਿਰ ਆਉਂਦਾ ਨਾ ਜਨਰਲ ਸਟੱਡੀਜ਼ ਦਾ ਪੇਪਰ 1 ਜਿਹ 'ਚ ਹਿਸਟਰੀ, ਜੀਓਗ੍ਰਾਫੀ ਤੇ ਸੋਸਾਇਟੀ, ਇਹ ਸਬਜੈਕਟ ਇਕੱਠੇ ਕੀਤੇ ਹੋਏ ਨੇ। ਸੋ 250-250 ਨੰਬਰ ਦੇ 4 ਪੇਪਰ ਹੋਣੇ ਨੇ ਜਨਰਲ ਸਟੱਡੀਜ਼ ਦੇ। ਸੋ ਪਹਿਲੇ ਪੇਪਰ 'ਚ ਹਿਸਟਰੀ, ਜੀਓਗ੍ਰਾਫੀ, ਸੋਸਾਇਟੀ ਇਕੱਠੀ ਕੀਤੀ ਹੁੰਦੀ ਆ। ਦੂਜੇ ਵਿੱਚ ਇੰਡੀਅਨ ਕਨਸਟੀਟਿਊਸ਼ਨ, ਪੋਲਿਟੀ, ਗਵਰਨੈਂਸ, ਇੰਟਰਨੈਸ਼ਨਲ ਰਿਲੇਸ਼ਨ। ਤੀਜੇ ਪੇਪਰ 'ਚ ਇਕਨੋਮੀ, ਸਟੈਟਿਸਟਿਕ ਤੇ ਸਿਕਿਉਰਿਟੀ। ਚੌਥੇ 'ਚ ਸਾਇੰਸ, ਇਨਵਾਇਰਨਮੈਂਟ, ਪ੍ਰੋਬਲਮ ਸੋਲਵਿੰਗ ਤੇ ਡਿਸੀਜਨ ਮੇਕਿੰਗ। ਤੇ 8ਵੇਂ ਨੰਬਰ ਤੇ ਆ ਗਈ ਆਪਣੀ ਇੰਟਰਵਿਊ ਜਿਹੜੀ ਹੈ 150 ਨੰਬਰਾਂ ਦੀ। ਸੋ ਇਹ 7 ਪੇਪਰਾਂ ਦਾ ਟੋਟਲ ਮਾਰਕਸ ਨੇ 1350। ਹੁਣ ਇੰਪੋਰਟੈਂਟ ਚੀਜ਼ ਆਪਾਂ ਨੇ ਮੇਨ ਹੁਣ ਜਿਹੜੀ ਤਿਆਰੀ ਸ਼ੁਰੂ ਕਰਨੀ ਹੈ, ਜੇ ਕੋਈ ਸਟੂਡੈਂਟ ਸੈਲਫ ਸਟੱਡੀ ਕਰਨਾ ਚਾਹੁੰਦਾ ਤਾਂ ਤੁਸੀਂ ਪਹਿਲਾਂ ਮੇਨ ਫੋਕਸ ਰੱਖਣਾ ਹੈ ਪ੍ਰੀਲਿਮਿਨਰੀ ਪੇਪਰ ਤੇ, ਕਿਉਂਕਿ ਇਹ ਇੰਨਾ ਡੀਟੇਲਡ ਆ, ਪ੍ਰੋਪਰ ਟੌਪਿਕਸ ਮੈਂਸ਼ਨ ਨੇ। ਜੇ ਤੁਸੀਂ ਇਹਦੀ ਚੰਗੀ ਤਰ੍ਹਾਂ ਤਿਆਰੀ ਕਰ ਲਈ, ਪ੍ਰੀਲਿਮ ਦੇ ਜੀਐਸ ਦੇ ਸਬਜੈਕਟਸ ਦੀ ਡੀਪ ਸਟੱਡੀ ਕਰ ਲਈ, ਸਹੀ ਸੋਰਸਿਸ ਤੋਂ ਸਟੱਡੀ ਕਰ ਲਈ, ਤਾਂ ਮੇਨਸ ਦੀ ਤੁਹਾਡੀ 90% ਤਿਆਰੀ ਹੋ ਜਾਣੀ ਹੈ। 10% ਸਿਰਫ ਬਚਣਗੇ ਆਨਸਰ ਰਾਈਟਿੰਗ ਦੀ ਪ੍ਰੈਕਟਿਸ, ਜੋ ਤੁਸੀਂ ਪ੍ਰੀਲਿਮ ਕਲੀਅਰ ਹੋਣ ਤੋਂ ਬਾਅਦ ਕਰਨੀ ਹੈ। ਸੋ ਸਭ ਤੋਂ ਪਹਿਲਾਂ ਐਵਰੀਡੇ ਸਾਇੰਸ, ਇਹਦੇ ਵਿੱਚ ਸਟੇਟ ਆਫ ਮੈਟਰ, ਐਟਮ, ਕਾਰਬਨ, ਐਸਿਡ, ਬੇਸ, ਸਾਲਟ। ਸੋ ਜਿਹੜੇ ਸਾਇੰਸ ਦੇ ਉਹਨਾਂ ਨੇ ਪ੍ਰੋਪਰ ਟੌਪਿਕਸ ਦੱਸਦੇ ਕੈਮਿਸਟਰੀ ਦੇ। ਫਿਰ ਇਹ ਸੈਂਟਰ ਦੇ ਵਿੱਚ ਨੇ ਬਾਇਓ ਦੇ ਟੌਪਿਕਸ, ਹਿਊਮਨ ਬੋਡੀ, ਨਿਊਟ੍ਰੀਸ਼ਨ, ਜਿਹੜੇ ਬੇਸਿਕ ਟੌਪਿਕ ਹੁੰਦੇ ਨੇ। ਪਬਲਿਕ ਹੈਲਥ ਇਨੀਸ਼ੀਏਟਿਵ, ਇਹਦੇ ਵਿੱਚ ਇਮਿਊਨਾਈਜੇਸ਼ਨ, ਵੈਕਸੀਨੇਸ਼ਨ ਹੋ ਗਿਆ, ਡਿਸੀਜ਼ਜ਼, ਡੈਫੀਸ਼ੀਐਂਸੀ। ਫਿਰ ਇਹ ਸਾਰੇ ਜਿਹੜੇ ਟੌਪਿਕ ਨੇ ਇਹ ਹੈਗੇ ਨੇ ਫਿਜ਼ਿਕਸ ਦੇ। ਲਾਸਟ ਵਿੱਚ ਨੇ ਬੇਸਿਕ ਕੰਪਿਊਟਰ ਦੀ ਨੌਲੇਜ, ਸਿਰਫ ਜਿਹੜੇ ਕੰਪਿਊਟਰ ਫੰਡਾਮੈਂਟਲਸ ਦਾ ਟੌਪਿਕ ਹੁੰਦਾ, ਹਾਰਡਵੇਅਰ, ਸੌਫਟਵੇਅਰ, ਸਿਰਫ ਤੁਸੀਂ ਉਹ ਕਰਨਾ ਹੈ। ਥੋੜੀ ਜਿਹੀ ਇੰਪੋਰਟੈਂਟ ਫੁੱਲ ਫਾਰਮਸ ਕਰ ਲਓ, that is more than enough। ਸੋ ਸਾਇੰਸ ਦਾ ਜਿਹੜਾ ਸਿਲੇਬਸ ਹੈ ਬਿਲਕੁਲ ਇਹ 6ਵੀਂ ਤੋਂ 10ਵੀਂ ਦੀਆਂ ਜਿਹੜੀਆਂ NCERTs ਨੇ ਜਾਂ ਫਿਰ ਕਿਸੇ ਵੀ ਬੋਰਡ ਦੀਆਂ ਜਿਹੜੀਆਂ ਸਟੈਂਡਰਡ ਸਕੂਲ ਬੁੱਕਸ ਹੁੰਦੀਆਂ ਨੇ 6ਵੀਂ ਤੋਂ 10ਵੀਂ ਤੱਕ ਦੀਆਂ, ਤੁਸੀਂ ਉਹ ਸਾਰੀਆਂ ਕਰਨੀਆਂ ਨੇ ਇਹ ਟੌਪਿਕਸ ਦੇ ਲਈ, ਜੇ ਤੁਸੀਂ ਡੀਟੇਲ ਸਾਇੰਸ ਕਲੀਅਰ ਕਰਨਾ ਚਾਹੁੰਦੇ ਹੋ। ਉਸ ਤੋਂ ਬਾਅਦ ਤੁਸੀਂ ਰੈਫਰੈਂਸ ਬੁੱਕ ਦੇ ਤੌਰ ਤੇ ਕੁਝ ਐਡੀਸ਼ਨਲ ਪੁਆਇੰਟਰ ਫਾਰਮ 'ਚ ਇੱਕ ਵਾਰੀ ਰਿਵੀਜ਼ਨ ਕਰਨ ਦੇ ਲਈ ਲਿਊਸੈਂਟ ਜਾਂ ਫਿਰ ਅਰਿਹੰਤ ਦੀ ਕੱਲੀ ਜਨਰਲ ਸਾਇੰਸ ਦੀ ਬੁੱਕ ਆਉਂਦੀ ਆ, ਉਹਦੇ ਵਿੱਚੋਂ ਕਰਨੀ ਹੈ। ਸੋ 6th to 10th NCERT, ਲਿਊਸੈਂਟ ਜਾਂ ਫਿਰ ਅਰਿਹੰਤ ਦੀ ਸਾਇੰਸ ਦੀ ਬੁੱਕ, ਇਹ ਹੋ ਗਏ ਤੁਹਾਡੇ ਸੋਰਸਿਸ ਸਾਇੰਸ ਨੂੰ ਕਵਰ ਕਰਨ ਦੇ ਲਈ। ਅਗਲਾ ਆ ਗਿਆ এনवायरमेंट ਸਾਇੰਸ। ਹੁਣ ਜੇ ਤੁਸੀਂ এনवायरमेंट ਦੇ ਟੌਪਿਕ ਦੇਖੋ, ਤੁਸੀਂ 11ਵੀਂ ਦੀ NCERT ਚੱਕਣੀ ਹੈ, ਫੰਡਾਮੈਂਟਲ ਆਫ ਫਿਜ਼ੀਕਲ ਜੀਓਗ੍ਰਾਫੀ। ਉਹਦਾ ਇੰਡੈਕਸ ਪੇਜ ਖੋਲੋਗੇ ਜਦੋਂ ਕੰਟੈਂਟ ਵਾਲਾ, ਜਿੱਥੇ ਚੈਪਟਰ ਦੇ ਨਾਮ ਹੁੰਦੇ ਨੇ, ਤੁਸੀਂ ਦੇਖੋਗੇ 8ਵੇਂ ਚੈਪਟਰ ਤੋਂ ਸ਼ੁਰੂ ਹੋ ਕੇ ਸਿੱਧਾ ਲਾਈਨ ਵਾਈਜ਼ ਆ ਸਾਰੇ ਟੌਪਿਕ ਕਵਰ ਹੋ ਰਹੇ ਨੇ 11ਵੀਂ ਦੀ NCERT 'ਚ। ਕੋਈ ਹੋਰ ਬੁੱਕ ਟੱਚ ਨਹੀਂ ਕਰਨੀ। ਤੇ ਜਿਹੜੇ ਲਾਸਟ ਵਾਲੇ ਟੌਪਿਕਸ ਨੇ ਇਹਨਾਂ ਦੇ ਲਈ ਤੁਸੀਂ 12ਵੀਂ ਦੀ ਬਾਇਓ ਦੀ NCERT ਚੱਕਣੀ ਹੈ, ਉਹਦੇ ਲਾਸਟ 4 ਚੈਪਟਰ ਕਰਨੇ ਨੇ 13 ਤੋਂ ਲੈ ਕੇ 16 ਤੱਕ। ਇਸ ਤੋਂ ਇਲਾਵਾ ਤੁਹਾਨੂੰ ਕੁਝ ਵੀ ਹੋਰ ਟੱਚ ਕਰਨ ਦੀ ਜ਼ਰੂਰਤ ਨਹੀਂ ਹੈ। ਕਦੇ ਵੀ ਇਹ ਬੁੱਕਸ ਤੋਂ ਬਾਹਰ PCS ਦਾ ਪੇਪਰ ਨਹੀਂ ਆਇਆ। ਉਸ ਤੋਂ ਬਾਅਦ ਹੈ ਪੋਲੀਟੀਕਲ ਥਿਊਰੀ, ਇੰਟਰਨੈਸ਼ਨਲ ਆਰਡਰ। ਸੋ ਇਹਦੇ ਲਈ ਜਿਹੜੇ ਦੋ ਤਰੀਕੇ ਦੇ ਨਾਲ ਡਿਵਾਈਡ ਕੀਤਾ ਹੋਇਆ ਸਿਲੇਬਸ, ਪਹਿਲਾ ਜਿਹੜਾ ਸਿਲੇਬਸ ਹੈ ਇਹ ਹੈ ਪੋਲੀਟੀਕਲ ਸਾਇੰਸ ਦਾ ਸਿਲੇਬਸ। ਸੋ ਇਹਦੇ ਲਈ UGC ਨੈਟ ਦੇ ਪ੍ਰੀਵੀਅਸ ਈਅਰ ਪੇਪਰ ਨੇ ਪੋਲੀਟੀਕਲ ਸਾਇੰਸ ਦੇ ਕੁਐਸਚਨ ਪੇਪਰ, ਤੁਸੀਂ ਉਹ ਇੱਕ ਵਾਰੀ ਦੇਖਣੇ ਨੇ। 12ਵੀਂ ਦੀ ਪੋਲੀਟੀਕਲ ਸਾਇੰਸ ਦੀ NCERT, ਸੋ 11ਵੀਂ ਤੇ 12ਵੀਂ ਦੋਨੋਂ ਕਲਾਸਿਸ ਦੀ ਕਰੋ, that would be better। ਤੇ 12ਵੀਂ ਦੀ ਜਿਹੜੀ NCERT ਹੈ ਪੋਲੀਟੀਕਲ ਸਾਇੰਸ ਦੀ, ਉਹਦੇ 'ਚ ਜਿਹੜਾ ਕੰਟੈਂਪਰੇਰੀ ਵਰਲਡ ਪੋਲੀਟਿਕ ਵਾਲੀ ਬੁੱਕ ਆਉਂਦੀ ਹੈ, ਸੋ ਉਹਦੇ 'ਚੋਂ ਤੁਹਾਡਾ ਇੰਟਰਨੈਸ਼ਨਲ ਵਾਲਾ ਟੌਪਿਕ ਕਵਰ ਹੋ ਜਾਊਗਾ। ਜਿਹੜੀ ਸਿੰਪਲ ਪੋਲੀਟੀਕਲ ਸਾਇੰਸ ਦੀ ਹੈ ਉਹਦੇ ਵਿੱਚੋਂ ਤੁਹਾਡੇ ਪਹਿਲੇ ਟੌਪਿਕ ਕਵਰ ਹੋ ਜਾਣਗੇ। ਉਸ ਤੋਂ ਬਾਅਦ ਆਉਂਦੀ ਹੈ ਇੰਡੀਅਨ ਪੋਲਿਟੀ। ਇਹਦੇ ਲਈ ਲਕਸ਼ਮੀ ਕਾਂਤ ਤੋਂ ਇਲਾਵਾ ਕੋਈ ਵੀ ਹੋਰ ਬੁੱਕ ਤੁਸੀਂ ਟੱਚ ਨਹੀਂ ਕਰਨੀ।
ਸੋ ਜਿਹੜੇ ਵੀ ਇਹ ਟੌਪਿਕ ਨੇ ਸਾਰੇ ਡੀਟੇਲਸ ਪੁੱਛੇ ਜਾਂਦੇ ਨੇ ਪੇਪਰ 'ਚ MS ਲక్ష్ਮੀਕਾਂਤ ਤੋਂ ਤੁਸੀਂ ਇਹ ਟੌਪਿਕ ਕਵਰ ਕਰਨੇ ਨੇ। ਉਸ ਤੋਂ ਬਾਅਦ ਜਿਹੜਾ ਇਹ ਟੌਪਿਕ ਹੈ ਆਰਮਡ ਚੈਲੰਜ ਟੂ ਇੰਡੀਅਨ ਸਟੇਟ, ਇਹਦੇ ਲਈ ਤੁਹਾਨੂੰ ਆਨਲਾਈਨ ਜਿਹੜੀ ਮੈਂ ਉਰੇ ਮੈਂਸ਼ਨ ਕੀਤੀ ਹੋਈ ਹੈ ਇੱਕ ਜਰਨਲ ਹੈ, ਇਹਦੀ ਪੂਰੀ ਥਿਊਰੀ ਮਿਲ ਜੂਗੀ। ਸੋ ਜਿਹਦੇ ਵਿੱਚ ਸਾਰੀਆਂ ਵਾਰਸ ਮੈਂਸ਼ਨ ਨੇ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਕਿਹੜੀਆਂ ਭਾਰਤ 'ਚ ਲੜਾਈਆਂ ਹੋਈਆਂ, ਸੋ ਉਹਦੀ ਸਾਰੀ ਹਿਸਟਰੀ ਮੈਂਸ਼ਨਡ ਹੈ। ਤੁਸੀਂ ਉਹਦੇ ਆਪਣੇ ਖੁਦ ਦੇ ਆਨਲਾਈਨ ਦੇਖ ਕੇ ਨੋਟਸ ਤਿਆਰ ਕਰ ਲੈਣੇ ਨੇ ਪੁਆਇੰਟਰ ਫਾਰਮ ਦੇ ਵਿੱਚ, ਸੋ ਦੈਟ ਤੁਹਾਡਾ ਇਹ ਵਾਲਾ ਟੌਪਿਕ ਕਵਰ ਹੋ ਜਾਵੇ। ਅੱਗੇ ਆਉਂਦੇ ਆਪਾਂ ਹਿਸਟਰੀ ਤੇ, ਜੋ ਸਭ ਤੋਂ ਇੰਪੋਰਟੈਂਟ ਮੰਨਿਆ ਜਾਂਦਾ ਹੈ। ਹਿਸਟਰੀ 'ਚੋਂ ਕਾਫੀ ਕੁਐਸਚਨ ਆਉਂਦੇ ਨੇ, ਸੋ ਇਹਦੀ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਟੌਪਿਕਸ ਮੈਂਸ਼ਨ ਨੇ, ਤੇ ਮੈਂ ਰਿਪੀਟ ਕਰ ਰਹੀ ਹਾਂ ਸਿਰਫ ਜਿਹੜੇ ਟੌਪਿਕ ਸਿਲੇਬਸ ਦਿੱਤੇ ਹੋਏ ਨੇ ਤੁਸੀਂ ਇਹੀ ਤਿਆਰ ਕਰਨੇ ਨੇ, ਇਹਨਾਂ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਸੋ ਏਂਸ਼ੀਐਂਟ, ਮਿਡੀਵਲ ਤੇ ਮਾਡਰਨ। ਉਸ ਤੋਂ ਬਾਅਦ ਹੈ ਵਰਲਡ ਹਿਸਟਰੀ। ਹੁਣ ਜਿਹੜਾ PCS ਹੈ ਉਹਦਾ ਪੈਟਰਨ ਬੜਾ ਹੀ ਅਨਪ੍ਰੈਡਿਕਟਿਵ ਹੁੰਦਾ ਹੈ ਇਹ ਚੀਜ਼ ਨੂੰ ਲੈ ਕੇ ਕਿ ਕਿਹੜਾ ਸਬਜੈਕਟ ਕਿੰਨੇ ਨੰਬਰ ਦਾ ਆਊਗਾ। 2018 ਚ ਜਦੋਂ ਪੰਜਾਬ ਸਿਵਲ ਸਰਵਿਸ ਦਾ ਪੇਪਰ ਹੋਇਆ ਸੀ, ਉਦੋਂ ਵਰਲਡ ਹਿਸਟਰੀ ਚੋਂ ਡਾਇਰੈਕਟਲੀ NCERT ਚੋਂ 7-8 ਕੁਐਸਚਨ ਪਾਤੇ ਸੀ, ਪਰ ਜਦੋਂ ਪਿਛਲੇ ਸਾਲ 2021 ਚ ਪੇਪਰ ਹੋਇਆ ਉਦੋਂ ਵਰਲਡ ਹਿਸਟਰੀ ਚੋਂ ਸਿਰਫ ਇੱਕ ਕੁਐਸਚਨ ਦੇਖਣ ਨੂੰ ਮਿਲਿਆ। ਸੋ ਇਸ ਤਰੀਕੇ ਦੇ ਨਾਲ ਆਪਾਂ ਨੇ ਕਦੇ ਵੀ ਇਹ ਨਹੀਂ ਕਰਨਾ ਕਿ ਤੁਸੀਂ ਪ੍ਰੀਵੀਅਸ ਈਅਰ ਸਿਰਫ 1 ਸਾਲ ਦਾ ਪੇਪਰ ਦੇ ਕੇ ਪ੍ਰੈਡਿਕਟ ਕਰ ਲਓ ਕਿ ਇਹ ਸਬਜੈਕਟ ਆਇਆ ਸੀ ਨਹੀਂ ਆਇਆ ਸੀ। ਜੋ ਸਿਲੇਬਸ ਹੈ ਆਪਣੇ ਵੱਲੋਂ ਉਹਨੂੰ 100% ਤਿਆਰ ਕਰਕੇ ਜਾਓ, ਕਿਉਂਕਿ ਜਿਹੜੀ PCS ਹੈ, PPSC ਡਿਪਾਰਟਮੈਂਟ ਹੈ, ਉਹਦਾ ਇੱਕ ਟ੍ਰੈਂਡ ਵੀ ਹੈ। ਜੇ ਕੋਈ ਸਟੂਡੈਂਟਸ ਤੁਹਾਡੇ ਵਿੱਚੋਂ ਕਿਸੇ ਨੇ ਪਿਛਲੇ 2-3 ਸਾਲ ਦੇ ਕੋਈ PCS ਦਾ ਪੇਪਰ ਅਟੈਂਪਟ ਕੀਤਾ ਹੋਊਗਾ ਤਾਂ ਤੁਸੀਂ ਖੁਦ ਨੋਟ ਕੀਤਾ ਹੋਊਗਾ ਕਿ 1 ਸਾਲ PPSC PCS ਦਾ ਪੇਪਰ ਬਿਲਕੁਲ ਡਾਇਰੈਕਟ ਸਿੰਪਲ ਪੈਟਰਨ ਉੱਤੇ ਪਾਉਂਦੀ ਹੈ, ਦੂਜੇ ਸਾਲ ਥੋੜਾ ਕੰਪਲੈਕਸ ਪੈਟਰਨ ਹੁੰਦਾ। ਜੇ ਆਪਾਂ ਗੱਲ ਕਰੀਏ 2021 ਵਾਲੇ ਪੰਜਾਬ PCS ਦੀ ਤਾਂ ਉਹ ਆਇਆ ਸੀ ਕੰਪਲੈਕਸ ਪੈਟਰਨ ਉੱਤੇ, ਅਨਪ੍ਰੈਡਿਕਟੇਬਲ ਸੀਗਾ। 2018 ਦਾ ਬਿਲਕੁਲ ਸਿੱਧਾ ਜਿਵੇਂ ਸਿਲੇਬਸ ਹੈ ਉਵੇਂ ਡਾਇਰੈਕਟਲੀ NCERT ਤੋਂ ਚੱਕ ਕੇ ਸਾਰੇ ਦੇ ਸਾਰੇ ਕੁਐਸਚਨ ਸੀ, ਕੁਝ ਵੀ ਬਾਹਰੋਂ ਨਹੀਂ ਸੀ, ਬਿਲਕੁਲ ਸਿੰਪਲ ਪੇਪਰ ਸੀ। ਉਸ ਤੋਂ ਪਹਿਲਾਂ 2015 ਚ ਹੋਇਆ ਸੀ ਜਦੋਂ PCS, ਉਦੋਂ ਡਿਫਿਕਲਟ ਸੀ। 2015 ਤੋਂ ਪਹਿਲਾਂ ਹੋਇਆ 2014 ਚ, ਉਦੋਂ ਲੈਵਲ ਸਿੰਪਲ ਸੀ, ਫਿਰ 2018 ਵਾਂਗੂ। 2014 ਤੋਂ ਪਹਿਲਾਂ 2012 ਵਾਲਾ ਫਿਰ ਡਿਫਿਕਲਟ, 2010 ਚ ਉਸ ਤੋਂ ਪਹਿਲਾਂ ਹੋਇਆ ਉਹ ਸਿੰਪਲ। ਸੋ ਇੱਕ ਪੈਟਰਨ ਫੋਲੋ ਕਰਦੀ ਆ ਰਹੀ ਹੈ ਤੇ ਤੁਹਾਡੇ ਲਈ ਹੁਣ ਇਹ ਗੋਲਡਨ ਚਾਂਸ ਹੈ, ਕਿਉਂਕਿ ਆਪਾਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਜੋ ਪਿਛਲੇ 10 ਸਾਲਾਂ ਤੋਂ PCS ਇੱਕ ਪੈਟਰਨ ਫੋਲੋ ਕਰ ਰਹੀ ਹੈ ਕਿ ਡਿਫਿਕਲਟ, ਕੰਪਲੈਕਸ, ਫਿਰ ਈਜ਼ੀ, ਫਿਰ ਡਿਫਿਕਲਟ, ਕੰਪਲੈਕਸ, ਉਸ ਤੋਂ ਬਾਅਦ ਫਿਰ ਈਜ਼ੀ। ਸੋ ਹੁਣ ਡਿਫਿਕਲਟ ਕੰਪਲੈਕਸ ਵਾਲਾ ਫੇਜ਼ ਨਿਕਲ ਚੁੱਕਿਆ ਹੈ। ਆਪਾਂ ਮੰਨ ਕੇ ਚੱਲਾਂਗੇ ਕਿ ਜਦੋਂ ਹੁਣ PCS ਦਾ ਪੇਪਰ ਹੋਊਗਾ ਤਾਂ ਉਹਦਾ ਪੈਟਰਨ ਆਪਾਂ ਨੇ ਇਸੇ ਸਿਲੇਬਸ ਦੇ ਅਕੋਰਡਿੰਗ ਹੀ ਤਿਆਰ ਕਰਨਾ ਹੈ। ਆਪਾਂ ਪ੍ਰਿਡਿਕਟ ਕਰ ਸਕਦੇ ਹਾਂ ਕਿ ਪੇਪਰ ਥੋੜਾ ਜਿਹਾ ਐਵਰੇਜ ਆਊਗਾ। ਸੋ ਹੁਣ ਆਪਾਂ ਸਿਲੇਬਸ ਦੀ ਗੱਲ ਕਰਦੇ ਹਾਂ, ਵਰਲਡ ਹਿਸਟਰੀ। ਸੋ ਇਹਦੇ ਲਈ ਆਪਾਂ ਨੇ 올ਡ NCERTs ਦੀ ਇੱਕ ਕੰਪਾਈਲੇਸ਼ਨ ਆਉਂਦੀ ਹੈ, PDFs ਆਉਂਦੀਆਂ ਨੇ, ਸੋ ਉਹ ਮੋਰ ਦੈਨ ਸਫੀਸ਼ੀਐਂਟ ਨੇ। ਉਹਦੇ ਤੋਂ ਬਾਹਰ ਕਦੇ ਕੋਈ ਕੁਐਸਚਨ ਨਹੀਂ ਆਇਆ ਵਰਲਡ ਹਿਸਟਰੀ ਦਾ। ਜਿੰਨੀਆਂ ਅਵਾਰਡਸ ਮੈਂਸ਼ਨ ਨੇ ਸਾਰੀਆਂ ਦੀ ਡੀਟੇਲ ਤੁਹਾਨੂੰ ਮਿਲ ਜੂਗੀ ਪ੍ਰੋਪਰ। ਉਸ ਤੋਂ ਬਾਅਦ ਏਂਸ਼ੀਅੰਟ ਹਿਸਟਰੀ ਦੇ ਲਈ, ਮਿਡੀਵਲ, ਮਾਡਰਨ, ਇਹ ਤਿੰਨਾਂ ਦੇ ਲਈ ਮੈਂ ਜਿਹੜਾ ਚੈਨਲ ਹੈ ਵਿਕਟਰਸ ਨੌਲੇਜ ਦਾ ਪਬਲਿਕ ਚੈਨਲ, ਉਹਦੇ ਵਿੱਚ PDF ਵੀ ਸ਼ੇਅਰ ਕੀਤੀ ਹੈ। ਤਮਿਲਨਾਡੂ ਬੋਰਡ ਦੀਆਂ ਕਿਤਾਬਾਂ ਨੇ 11ਵੀਂ ਤੇ 12ਵੀਂ ਦੀਆਂ ਹਿਸਟਰੀ ਦੀਆਂ। ਜੇ ਤੁਸੀਂ ਇਹ ਪੜ੍ਹ ਲਿਆ ਤੁਹਾਡਾ ਇੱਕ ਟੌਪਿਕ ਡੀਟੇਲਸ ਕਲੀਅਰ ਹੋ ਜਾਊਗਾ ਆਸਾਨੀ ਨਾਲ। ਇਹਦੇ ਵਿੱਚ ਜਿੰਨੀ ਕੁ ਤੁਹਾਨੂੰ ਸਾਊਥ ਇੰਡੀਆ ਹਿਸਟਰੀ ਦੀ ਜ਼ਰੂਰਤ ਹੈ ਉਨੀ ਕੀ ਸਾਊਥ ਇੰਡੀਆ ਹਿਸਟਰੀ ਦਿੱਤੀ ਹੋਈ ਹੈ। ਬਹੁਤ ਹੀ ਜ਼ਿਆਦਾ ਕੋਈ ਟੌਪਿਕ ਤੋਂ ਭਟਕਾਇਆ ਨਹੀਂ ਹੋਇਆ, ਕੋਈ ਜ਼ਿਆਦਾ ਐਕਸਟਰਾ ਡੀਟੇਲ ਨਹੀਂ ਹੈ। ਜਿੰਨੀ ਤੁਹਾਨੂੰ ਪੇਪਰ ਲਈ ਜ਼ਰੂਰਤ ਹੈ ਉਨੀ ਪੁਆਇੰਟਰ ਫਾਰਮ ਦੇ ਵਿੱਚ ਹਿਸਟਰੀ ਦਿੱਤੀ ਹੋਈ ਹੈ। ਸੋ ਇਹ ਦੋ ਤਾਂ ਤੁਸੀਂ ਤਮਿਲਨਾਡੂ ਬੋਰਡ ਦੀਆਂ 11ਵੀਂ ਤੇ 12ਵੀਂ ਦੀਆਂ ਕਿਤਾਬਾਂ ਜ਼ਰੂਰ ਕਰਕੇ ਜਾਣੀਆਂ ਨੇ। ਉਸ ਤੋਂ ਬਾਅਦ ਆਪਣੀ ਤਿਆਰੀ ਨੂੰ ਹੋਰ ਸਟਰੋਂਗ ਕਰਨ ਦੇ ਲਈ ਮੇਨਸ ਪੁਆਇੰਟ ਆਫ ਵਿਊ ਤੋਂ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉੱਥੇ ਤੁਸੀਂ ਏਂਸ਼ੀਅੰਟ ਹਿਸਟਰੀ ਦੇ ਲਈ RS ਸ਼ਰਮਾ ਫੋਲੋ ਕਰ ਸਕਦੇ ਹੋ। ਮਿਡੀਵਲ ਦੇ ਲਈ ਸਤੀਸ਼ ਚੰਦਰਾ ਦੀ ਬੁੱਕ ਆਉਂਦੀ ਹੈ। ਮਾਡਰਨ ਇੰਡੀਆ ਦੇ ਲਈ ਸਭ ਤੋਂ ਬੈਸਟ ਡੀਟੇਲਡ ਕਿਤਾਬ ਹੈ ਸਪੈਕਟਰਮ ਦੀ। ਸੋ ਇਹ ਨੇ ਸੋਰਸਿਸ ਹਿਸਟਰੀ ਲਈ। ਅਗਲਾ ਸਬਜੈਕਟ ਹੈ ਇੰਡੀਅਨ ਇਕੋਨਮੀ। ਸੋ ਇਕੋਨਮੀ ਦਾ ਵੀ ਪ੍ਰੋਪਰ ਸਿਲੇਬਸ ਮੈਂਸ਼ਨਡ ਹੈ। ਬਿਲਕੁਲ ਡਾਇਰੈਕਟਲੀ ਇਹ ਸਾਰੇ ਟੌਪਿਕ ਤੁਹਾਨੂੰ 11ਵੀਂ 12ਵੀਂ ਦੀਆਂ NCERT ਬੁੱਕਸ ਚ ਮਿਲ ਜਾਣਗੇ ਇਕਨੋਮਿਕਸ ਦੀਆਂ। ਨਾਲ ਐਜ਼ ਰੈਫਰੈਂਸ ਬੁੱਕ ਆਪਾਂ ਨੇ ਫੋਲੋ ਕਰਨੀ ਹੈ ਰਮੇਸ਼ ਸਿੰਘ। ਉਸ ਤੋਂ ਬਾਅਦ ਆਉਂਦੀ ਹੈ ਜੀਓਗ੍ਰਾਫੀ।
ਹੁਣ ਜਿਹੜੇ ਸਾਰੇ ਟੌਪਿਕਸ ਮੈਂਸ਼ਨ ਨੇ ਪਹਿਲੇ ਤੋਂ ਲੈ ਕੇ ਲਾਸਟ ਤੱਕ ਦੇ, ਤੁਸੀਂ 12ਵੀਂ ਦੀ NCERT ਦੀ ਬੁੱਕ ਚੱਕੋ ਜੀਓਗ੍ਰਾਫੀ ਦੀ, ਤੁਹਾਨੂੰ ਸਿੱਧਾ ਸਿੱਧਾ ਇਹ ਸਾਰੇ ਟੌਪਿਕ ਹਿਊਮਨ ਜੀਓਗ੍ਰਾਫੀ ਦੀ ਬੁੱਕ ਚੋਂ ਮਿਲ ਜਾਣਗੇ। ਨਾਲ ਤੁਸੀਂ ਫੋਲੋ ਕਰਨੀ ਹੈ ਪੀਪਲ ਐਂਡ ਇਕੋਨਮੀ ਵਾਲੀ। ਸੋ ਇਹ ਦੋ ਜਿਹੜੇ ਉਹਦੇ ਮੈਂ ਬੁੱਕਸ ਮੈਂਸ਼ਨ ਕੀਤੀਆਂ ਨੇ, ਇਹ ਦੋਨੋਂ ਤੁਸੀਂ 12ਵੀਂ ਦੀਆਂ ਕਿਤਾਬਾਂ ਫੋਲੋ ਕਰਨੀਆਂ ਨੇ ਜੀਓਗ੍ਰਾਫੀ ਨੂੰ ਕਵਰ ਕਰਨ ਲਈ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼, ਜੇ ਆਪਾਂ ਪਿਛਲੇ ਸਾਲ ਦੇ 2021 ਦੇ ਪੰਜਾਬ PCS ਪੇਪਰ ਦੀ ਗੱਲ ਕਰੀਏ ਤਾਂ 90% ਕਰੰਟ ਅਫੇਅਰ ਬੇਸਡ ਪੇਪਰ ਸੀ, ਪਰ ਇਹਦਾ ਇਹ ਮਤਲਬ ਨਹੀਂ, ਮੈਂ ਰਿਪੀਟ ਕਰ ਰਹੀ ਹਾਂ ਕਿ ਹਰ ਵਾਰੀ ਸੇਮ ਪੈਟਰਨ ਆਊਗਾ। ਆਪਾਂ ਨੇ ਜੋ ਸਿਲੇਬਸ ਦਿੱਤਾ ਹੈ ਉਹਨੂੰ ਪੂਰਾ ਕਰਕੇ ਜਾਣਾ। ਇਹ ਨਹੀਂ ਕਿ ਜੇ ਪਿਛਲੇ ਸਾਲ ਕੱਲੇ ਕਰੰਟ ਅਫੇਅਰ ਆ ਗਏ ਤਾਂ ਤੁਸੀਂ ਇਹ ਐਕਸਪੈਕਟ ਕਰ ਰਹੇ ਹੋ ਕਿ ਅਗਲੀ ਵਾਰੀ ਵੀ ਕਰੰਟ ਅਫੇਅਰ ਹੀ ਆਉਣਗੇ। ਪੇਪਰ ਸੈੱਟ ਕਰਨ ਵਾਲੇ ਹਮੇਸ਼ਾ ਅਲੱਗ ਹੁੰਦੇ ਨੇ। ਸੋ ਉਰੇ ਹੁਣ ਜਿਹੜਾ ਕਰੰਟ ਅਫੇਅਰ ਹੈ ਨੈਸ਼ਨਲ ਤੇ ਇੰਟਰਨੈਸ਼ਨਲ ਇੰਪੋਰਟੈਂਸ ਤੇ, ਇਹਨਾਂ ਦੇ ਲਈ ਆਪਾਂ ਨੇ ਤਿਆਰੀ ਕਰਨੀ ਹੈ UPSC ਲੈਵਲ ਦੀ। ਕਰੰਟ ਅਫੇਅਰਸ ਦੇ ਲਈ ਮੈਂ ਸਪੈਸ਼ਲੀ ਫੋਕਸ ਕਰ ਰਹੀ ਹਾਂ UPSC ਤੋਂ ਨੀਚੇ ਦੇ। ਜੇ ਤੁਸੀਂ ਕੋਈ ਸੋਰਸ ਫੋਲੋ ਕਰ ਲੇ, ਤੁਹਾਡੇ ਉੱਥੇ ਕਰੰਟ ਅਫੇਅਰ ਸਹੀ ਨਹੀਂ ਅਟੈਂਪਟ ਹੋਣਗੇ, ਕਿਉਂਕਿ ਜਿਹੜਾ PCS ਹੈ ਪੇਪਰ, ਇਹਦਾ ਲੈਵਲ ਆਪਾਂ ਇਹ ਨਹੀਂ ਸਮਝ ਸਕਦੇ ਕਿ ਪੰਜਾਬ ਲੈਵਲ ਦਾ ਕੋਈ ਪੇਪਰ ਹੋ ਰਿਹਾ ਤਾਂ ਥੋੜਾ ਜਿਹਾ ਈਜ਼ੀ ਆਊਗਾ। ਵੈਸੇ ਵੀ ਜਿਹੜਾ PPSC ਡਿਪਾਰਟਮੈਂਟ ਕੋਈ ਹੋਰ ਵੀ ਪੇਪਰ ਲੈਂਦਾ, ਆਪਾਂ ਦੇਖਦੇ ਹਾਂ ਕੋਆਪਰੇਟਿਵ ਦਾ, ਨਾਇਬ ਤਹਿਸੀਲਦਾਰ ਦਾ, ਹਰ ਕੋਈ ਆਪਣੇ ਆਪ ਦੇ ਵਿੱਚ ਜਿੰਨੀ ਪੋਜੀਸ਼ਨ ਹੈ ਉਸ ਪੋਜੀਸ਼ਨ ਦੇ ਅਕੋਰਡਿੰਗ ਟਫ ਲੈਵਲ ਦਾ ਹੀ ਹੁੰਦਾ ਹੈ। ਸੋ ਜਿਹੜਾ PCS ਦਾ ਹੁਣ ਐਗਜ਼ੈਕਟਿਵ ਦਾ ਪੇਪਰ ਹੈ, ਇਹ ਨਾਇਬ ਤਹਿਸੀਲਦਾਰ, ਕੋਆਪਰੇਟਿਵ, ਇਸ ਲੈਵਲ ਦੇ ਪੇਪਰਾਂ ਤੋਂ ਵੀ ਅੱਪਰ ਲੈਵਲ ਦਾ ਪੇਪਰ ਆ ਗਿਆ। ਸੋ ਤਿਆਰੀ ਵੀ ਆਪਾਂ ਨੇ ਫਿਰ ਅੱਪਰ ਲੈਵਲ ਦੀ ਹੀ ਕਰਕੇ ਜਾਣੀ ਹੈ। ਸੋ ਇਹਦੇ ਚ ਇਨਸਾਈਟਸ ਔਨ ਇੰਡੀਆ ਜਾਂ ਵਿਜ਼ਨ IAS, IAS ਬਾਬਾ, ਇਹ ਜਿੰਨੇ ਵੀ ਪ੍ਰੋਪਰ ਰੈਲੇਵੈਂਟ ਜਿਹੜੀਆਂ ਸਹੀ ਸਾਈਟਸ ਨੇ, ਇਹਨਾਂ ਦੇ ਮੰਥਲੀ ਕੰਪਾਈਲੇਸ਼ਨ ਆਉਂਦੀਆਂ ਨੇ, ਜਾਂ ਤੁਸੀਂ ਡੇਲੀ ਕੰਪਾਈਲੇਸ਼ਨ, ਡੇਲੀ ਕੁਇਜ਼ ਫੋਲੋ ਕਰ ਸਕਦੇ ਹੋ, MCQ ਫੋਲੋ ਕਰ ਸਕਦੇ ਹੋ। ਸੋ ਇੱਕ ਰਿਲਾਇਬਲ ਕੋਈ ਵੀ UPSC ਨਾਲ ਰਿਲੇਟਡ ਤੁਸੀਂ ਕਰੰਟ ਅਫੇਅਰ ਦੀ ਵੈਬਸਾਈਟ ਫੋਲੋ ਕਰਨੀ ਹੈ। ਦੂਜਾ, ਮਨੋਰਮਾ ਈਅਰ ਬੁੱਕ ਆਉਂਦੀ ਹੈ ਜਿਹਦੇ ਪਿਛਲੇ ਸਾਲ ਦੇ ਪੂਰੇ ਕਰੰਟ ਅਫੇਅਰ ਡੀਟੇਲ ਚ ਹੁੰਦੇ ਨੇ, ਈਜ਼ੀ ਫਾਰਮ ਚ ਹੁੰਦੇ ਨੇ। ਇੱਕ ਸਿੰਗਲ ਕਰੰਟ ਅਫੇਅਰ ਵੀ ਇਸ ਕਿਤਾਬ ਚ ਮਿਸ ਨਹੀਂ ਹੁੰਦਾ। ਸੋ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਇਸ ਬੁੱਕ ਨੂੰ ਜ਼ਰੂਰ ਫੋਲੋ ਕਰੋ। ਉਸ ਤੋਂ ਬਾਅਦ ਤੁਸੀਂ ਸਟੱਡੀ IQ ਦੀਆਂ MCQ ਕੰਪਾਈਲੇਸ਼ਨ ਮੰਥਲੀ ਫੋਲੋ ਕਰ ਸਕਦੇ ਹੋ। ਕਾਫੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਪ੍ਰੋਵਾਈਡ ਕਰਵਾਏ ਹੁੰਦੇ ਨੇ ਮੰਥਲੀ MCQ ਦੀ ਕੰਪਾਈਲੇਸ਼ਨਸ। ਉਸ ਤੋਂ ਬਾਅਦ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿਸੇ ਨਿਊਜ਼ਪੇਪਰ ਦੀ, ਤਾਂ ਉਰੇ ਤੁਸੀਂ ਕਨਫਿਊਜ਼ ਨਹੀਂ ਹੋਣਾ। UPSC ਦੇ ਲਈ ਤੁਹਾਨੂੰ ਸਾਰੇ ਰეკਮੈਂਡ ਕਰਦੇ ਨੇ ਕਿ ਇਕਨੋਮਿਕ ਟਾਈਮ ਪੜ੍ਹੋ, ਦਾ ਹਿੰਦੂ ਪੜ੍ਹੋ, ਪਰ ਉਰੇ ਤੁਸੀਂ ਦ ਟ੍ਰਿਬਿਊਨ ਜਲੰਧਰ ਐਡੀਸ਼ਨ ਤੋਂ ਬਾਹਰ ਨਹੀਂ ਜਾਣਾ। ਬਿਲਕੁਲ ਬੈਸਟ ਰਿਲਾਇਬਲ ਨਿਊਜ਼ਪੇਪਰ ਹੈ। ਇਹਦੇ ਵਿੱਚ ਤੁਹਾਡੇ ਬੇਸਿਕ ਜਿਹੜੇ ਜਨਰਲ ਇੰਡੀਆ ਲੈਵਲ ਦੀਆਂ ਨਿਊਜ਼ ਹੁੰਦੀਆਂ ਨੇ ਉਹ ਵੀ ਕਵਰ ਹੋ ਜਾਣਗੀਆਂ, ਤੇ ਮੇਨਲੀ ਪੰਜਾਬ ਰਿਲੇਟਡ ਕਰੰਟ ਅਫੇਅਰ ਵੀ ਤੁਹਾਡੇ ਕਵਰ ਹੋ ਜਾਣਗੇ। ਸੋ ਇਹ ਜਿਹੜੇ ਸਾਰੇ ਸੋਰਸਿਸ ਨੇ, ਇਹ ਤੁਸੀਂ ਕਰੰਟ ਅਫੇਅਰ ਦੇ ਲਈ ਫੋਲੋ ਕਰਨੇ ਨੇ। ਤੇ ਜਦੋਂ ਤੁਸੀਂ ਆਪਣਾ ਟਾਈਮ ਟੇਬਲ ਬਣਾਉਣਾ, ਤਾਂ ਟਾਈਮ ਟੇਬਲ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਕਹੂੰਗੀ ਕਿ GS ਦੇ ਵਿੱਚ ਤੁਸੀਂ ਕੁਝ ਘੰਟੇ ਆਪਣੇ ਦਿਨ ਦੇ ਜਨਰਲ ਸਟੱਡੀਜ਼ ਦੇ ਸਬਜੈਕਟ ਨੂੰ ਦਿਓ, ਕੁਝ ਘੰਟੇ CSAT ਨੂੰ ਦਿਓ, ਨਾਲ ਤੀਜਾ ਸਬਜੈਕਟ ਕਰੰਟ ਅਫੇਅਰ ਨੂੰ ਮੰਨ ਕੇ ਚੱਲੋ। ਕਰੰਟ ਅਫੇਅਰ ਨੂੰ GS ਤੋਂ ਬਾਹਰ ਕੱਢ ਦਿਓ। ਇਹ ਮੰਨੋ ਕਿ ਤੁਹਾਡੇ ਲਈ ਜਿੰਨਾ GS ਇੰਪੋਰਟੈਂਟ ਹੈ, ਬਾਕੀ ਸਾਰੇ ਸਬਜੈਕਟ ਜਿੰਨੀ CSAT ਇੰਪੋਰਟੈਂਟ ਹੈ, ਓਨਾ ਹੀ ਕਰੰਟ ਅਫੇਅਰ ਆਪਣੇ ਆਪ ਦੇ ਵਿੱਚ ਇੱਕ ਅਲੱਗ ਸਬਜੈਕਟ ਦੇ ਵਾਂਗੂ ਇੰਪੋਰਟੈਂਟ ਹੈ। ਸੋ ਇਹਦੇ ਲਈ ਦਿਨ ਦੇ ਵਿੱਚੋਂ ਅਲੱਗ ਤੋਂ 1.5-2 ਘੰਟੇ ਕੱਢੋ। ਅਗਲਾ ਸਬਜੈਕਟ ਹੈ ਪੰਜਾਬ GK। ਸੋ ਪੰਜਾਬ GK ਬੇਸਿਕ, ਇਹਦੇ ਵਿੱਚ ਤੁਸੀਂ ਸਾਡਾ ਪੰਜਾਬ ਬੁੱਕ ਫੋਲੋ ਕਰ ਸਕਦੇ ਹੋ। ਨਾਲ ਮੈਂ ਰეკਮੈਂਡ ਕਰੂੰਗੀ, ਕਿਉਂਕਿ ਜਿਹੜੀ ਸਾਡਾ ਪੰਜਾਬ ਬੁੱਕ ਵੀ ਹੈ ਜਾਂ ਕੋਈ ਹੋਰ 1-2 ਰੀਸੈਂਟਲੀ ਬੁੱਕਸ ਪਬਲਿਸ਼ ਹੋਈਆਂ ਨੇ, ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਕੁਝ ਡੇਟਾ ਮਿਸਿੰਗ ਹੈ, ਅਪਡੇਟਡ ਨਹੀਂ ਹੈ। ਸੋ ਤੁਸੀਂ ਆਪਣੇ ਨੋਟਸ ਨਾਲ ਬਣਾਉਣੇ ਨੇ ਇੱਕ ਰੈਫਰੈਂਸ ਬੁੱਕ ਦੇ ਪੰਜਾਬ ਗਵਰਨਮੈਂਟ ਦੀਆਂ ਅਫੀਸ਼ੀਅਲ ਵੈਬਸਾਈਟਸ ਤੋਂ, ਜੋ ਰੀਸੈਂਟ ਚੀਜ਼ਾਂ ਉਹਨਾਂ ਨੇ ਐਡ ਕੀਤੀਆਂ ਹੁੰਦੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਦੀਆਂ, ਜਿਵੇਂ ਟੂਰਿਜ਼ਮ ਕਲਚਰ ਦੀ ਵੈਬਸਾਈਟ ਤੇ ਜਾ ਕੇ ਦੇਖੋ, ਜਾਂ ਪੰਜਾਬ ਦੀ ਜਿਹੜੀ ਸਿੰਪਲ ਗਵਰਨਮੈਂਟ ਦੀ ਵੈਬਸਾਈਟ ਹੈ, ਉੱਥੇ ਬੇਸਿਕ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਐਡਮਿਨਿਸਟ੍ਰੇਟਿਵ ਡਿਵੀਜ਼ਨ, ਤਹਿਸੀਲ, ਸਬ ਤਹਿਸੀਲ ਕਿੰਨੀਆਂ ਨੇ। ਸੋ ਇਹ ਸਾਰੀ ਚੀਜ਼ਾਂ ਦਾ ਰੀਸੈਂਟ ਡੇਟਾ ਐਡ ਕਰੋ। Now we are done with GS. Moving further towards paper 2 CSAT. So ਜਿਹੜਾ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ ਹੈ, CSAT ਦਾ ਪੇਪਰ ਹੈ, ਇਹ ਵੀ ਇਕੁਅਲੀ ਇੰਪੋਰਟੈਂਟ ਹੈ। ਇਹਦੀ ਵੀ ਤੁਸੀਂ ਨਾਲ ਡੇਲੀ ਬੇਸਿਸ ਤੇ ਹੀ ਤਿਆਰੀ ਕਰਨੀ ਹੈ, ਜਿਵੇਂ ਤੁਸੀਂ GS ਦੀ ਤਿਆਰੀ ਕਰੋਗੇ। ਸੋ ਸਿੰਪਲ ਇੰਗਲਿਸ਼ ਆਉਂਦੀ ਹੈ, ਪੰਜਾਬੀ ਆਉਂਦੀ ਹੈ, ਜਿਵੇਂ ਵਿਰੋਧੀ, ਸਮਾਨਾਰਥਕ ਆ ਗਏ, ਪੈਰਾਗ੍ਰਾਫ ਆ ਗਏ, ਇੱਕ ਇੰਗਲਿਸ਼ ਦਾ ਪੈਸੇਜ ਆ ਗਿਆ, ਪੰਜਾਬੀ ਦਾ ਪੈਸੇਜ ਆ ਗਿਆ। ਸੋ ਇਹਦੇ ਲਈ 10ਵੀਂ 12ਵੀਂ ਦੇ ਜਿਹੜੀ ਪੰਜਾਬੀ ਇੰਗਲਿਸ਼ ਗ੍ਰਾਮਰ ਦੀਆਂ ਬੇਸਿਕ ਸਕੂਲ ਬੁੱਕਸ ਹੁੰਦੀਆਂ ਨੇ,
ਉਹ ਬਿਲਕੁਲ ਸਫੀਸ਼ੀਐਂਟ ਨੇ, ਉਹਨਾਂ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਜਿਹੜਾ ਇਹ ਟੌਪਿਕ ਹੈ ਇੰਟਰਪਰਸਨਲ ਸਕਿੱਲ, ਹੁਣ ਜਿਵੇਂ 2018 ਚ ਪੇਪਰ ਹੋਇਆ ਸੀ, ਉਦੋਂ ਇਸ ਟੌਪਿਕ ਚੋਂ ਇਕੱਲੇ ਚੋਂ ਹੀ 5-6 ਕੁਐਸਚਨ ਆ ਗਏ ਸੀ। ਸੋ ਇਹ ਟੌਪਿਕ ਵੀ ਆਪਾਂ ਨੇ ਮਿਸ ਨਹੀਂ ਕਰਨਾ। ਇਹਦੇ ਲਈ ਕੋਈ ਵੀ ਬੇਸਿਕ ਥਿਊਰੀ ਜਾਂ ਪ੍ਰੈਕਟਿਸ ਕੁਐਸਚਨ ਵਾਲੀ UPSC ਲੈਵਲ ਦੀ ਵੈਬਸਾਈਟ ਫੋਲੋ ਕਰੋ, ਕਿਉਂਕਿ ਜਿਹੜਾ ਸਿਲੇਬਸ ਹੈ ਇਹ ਸੇਮ ਹੈ ਜੋ ਸਿਲੇਬਸ UPSC ਦੇ CSAT ਦਾ ਹੁੰਦਾ, ਸਿਰਫ ਪੰਜਾਬੀ ਨੂੰ ਛੱਡ ਕੇ। ਸੋ ਬਹੁਤ ਸਾਰੇ ਤੁਹਾਨੂੰ ਆਨਲਾਈਨ ਸੋਰਸਿਸ ਮਿਲ ਜਾਣਗੇ, ਆਪਣੇ ਖੁਦ ਦੇ ਨੋਟਸ ਤਿਆਰ ਕਰੋ। ਉਸ ਤੋਂ ਬਾਅਦ ਜਿਹੜਾ ਹੁਣ ਇਹ ਟੌਪਿਕਸ ਨੇ, ਇਹ ਹੈ ਸਿੰਪਲ ਰੀਜ਼ਨਿੰਗ ਤੇ ਕੁਆਂਟ। ਇਹਦੇ ਵਿੱਚ ਡੇਟਾ ਇੰਟਰਪ੍ਰੀਟੇਸ਼ਨ ਦੇ ਉੱਤੇ ਤੁਸੀਂ ਫੋਕਸ ਕਰਨਾ ਹੈ, ਕਿਉਂਕਿ ਪੇਪਰ 'ਚ ਘੱਟੋ ਘੱਟ 10 ਕੁਐਸਚਨ ਡੇਟਾ ਇੰਟਰਪ੍ਰੀਟੇਸ਼ਨ ਦੇ ਆ ਜਾਂਦੇ ਨੇ। 10 ਦਾ ਮਤਲਬ ਹੈ ਕਿ ਉੱਥੇ ਤੁਹਾਡੇ ਇੱਕ ਕੁਐਸਚਨ ਹੈ 2.5 ਨੰਬਰ ਦਾ, ਮਤਲਬ ਕਿ ਤੁਹਾਡੇ ਜਿਹੜੇ 25 ਨੰਬਰ ਨੇ ਉਹ ਸਿੱਧਾ ਡੇਟਾ ਇੰਟਰਪ੍ਰੀਟੇਸ਼ਨ ਦੇ ਟਿਕੇ ਹੋਏ ਨੇ। ਸੋ ਬਾਕੀ ਰੀਜ਼ਨਿੰਗ, ਕੁਆਂਟ ਇਹ ਕੋਈ ਬਹੁਤ ਹੀ ਜ਼ਿਆਦਾ ਤੁਹਾਨੂੰ ਕੰਪਲਿਕੇਟਡ ਕਰਨ ਦੀ ਜ਼ਰੂਰਤ ਨਹੀਂ ਹੈ। ਪਹਿਲਾਂ ਤੁਸੀਂ ਬੇਸਿਕ ਸਿੰਪਲ RS ਅਗਰਵਾਲ ਪੂਰੀ ਦੀ ਪੂਰੀ ਕਰ ਦਿਓ ਰੀਜ਼ਨਿੰਗ ਤੇ ਕੁਆਂਟ ਲਈ, ਕਿਉਂਕਿ ਬਹੁਤ ਵਾਰੀ ਦੇਖਿਆ ਗਿਆ ਕਿ ਸਿੱਧਾ ਡਾਇਰੈਕਟਲੀ RS ਅਗਰਵਾਲ ਚੋਂ ਵੀ ਕੁਐਸਚਨ ਚੱਕ ਕੇ ਪਾਏ ਹੁੰਦੇ ਨੇ। ਉਸ ਤੋਂ ਬਾਅਦ ਜੇ ਤੁਹਾਡੇ ਕੋਲ ਟਾਈਮ ਬਚਦਾ, ਤੁਸੀਂ ਇਹ ਬੁੱਕਸ ਕੁਆਂਟ ਤੇ ਰੀਜ਼ਨਿੰਗ ਦੀਆਂ RS ਅਗਰਵਾਲ ਦੀਆਂ ਖਤਮ ਕਰਤੀਆਂ, ਫਿਰ ਤੁਸੀਂ SCC ਪੈਟਰਨ ਦੀਆਂ ਕੁਝ ਪ੍ਰੈਕਟਿਸ ਕੁਐਸਚਨ ਵਾਲੀਆਂ ਬੁੱਕਸ ਜ਼ਰੂਰ ਫੋਲੋ ਕਰ ਸਕਦੇ ਹੋ ਆਪਣੀ ਤਿਆਰੀ ਨੂੰ ਹੋਰ ਸਟਰੋਂਗ ਕਰਨ ਦੇ ਲਈ। ਬਾਕੀ ਪਹਿਲ ਦੇ ਤੌਰ ਤੇ ਪਹਿਲਾਂ ਤੁਸੀਂ ਸਿਰਫ ਔਰ ਸਿਰਫ RS ਅਗਰਵਾਲ ਜਿਹੜੀਆਂ ਬੁੱਕ ਆਉਂਦੀਆਂ ਨੇ, ਟੋਟਲ 3 ਬੁੱਕਸ ਹੁੰਦੀਆਂ ਨੇ, ਉਹ ਰੀਜ਼ਨਿੰਗ ਤੇ ਕੁਆਂਟ ਦੀਆਂ ਖਤਮ ਕਰਨ ਦੀ ਕੋਸ਼ਿਸ਼ ਕਰੋ। ਹੁਣ ਉਰੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਸਪੈਸ਼ਲੀ ਜਿਵੇਂ ਪੰਜਾਬ GK ਦਾ ਹਿਸਟਰੀ ਕਲਚਰ ਵਾਲਾ ਪਾਰਟ ਹੈ, ਇਹਦੇ ਲਈ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਹਿਸਟਰੀ ਕਲਚਰ ਦੀ 11ਵੀਂ 12ਵੀਂ ਦੀ ਕਿਤਾਬ ਫੋਲੋ ਕਰੋ। ਸੋਸ਼ਲ ਸਾਇੰਸ ਦੀ ਜਿਹੜੀ ਜੀਓਗ੍ਰਾਫੀ ਦੀਆਂ ਕਿਤਾਬਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ, ਇੰਗਲਿਸ਼ ਮੀਡੀਅਮ ਦੀਆਂ, ਜੇ ਤੁਹਾਡੇ ਕੋਲ ਟਾਈਮ ਬਚਦਾ ਹੈ ਤਾਂ ਤੁਸੀਂ 8ਵੀਂ ਤੋਂ 12ਵੀਂ ਤੱਕ ਦੀਆਂ ਇਹ ਬੁੱਕਸ ਚੋਂ ਵੀ ਮੇਨ ਜਿਹੜੇ ਸਿਲੇਬਸ ਦੇ ਟੌਪਿਕ ਨੂੰ ਇੱਕ ਵਾਰੀ ਜ਼ਰੂਰ ਦੇਖੋ, ਕਿਉਂਕਿ ਮੈਂ ਖੁਦ ਪਰਸਨਲੀ ਦੇਖਿਆ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਨੇ ਇੰਗਲਿਸ਼ ਮੀਡੀਅਮ ਦੀਆਂ, ਉਹ ਬਹੁਤ ਹੀ ਜ਼ਿਆਦਾ ਬਿਊਟੀਫੁਲੀ ਕੰਪਾਈਲ ਕੀਤੀਆਂ ਹੋਈਆਂ ਨੇ। ਤੇ ਬਹੁਤ ਵਾਰੀ ਦੇਖਿਆ ਗਿਆ ਕਿ ਡਾਇਰੈਕਟਲੀ ਪੰਜਾਬ GK ਦੇ ਕੁਐਸਚਨ ਸਪੈਸ਼ਲੀ ਹਿਸਟਰੀ ਕਲਚਰ ਨੂੰ ਲੈ ਕੇ ਇਹਨਾਂ ਬੁੱਕਸ 'ਚ ਚੱਕ ਕੇ ਪਾਏ ਹੁੰਦੇ ਨੇ। ਸੋ ਆਪਾਂ ਸੋਚਦੇ ਆ ਕਿ ਅਸੀਂ ਸਾਡਾ ਪੰਜਾਬ ਤਾਂ ਪੂਰੀ ਰੱਟੇ ਲਾਈ ਹੋਈ ਸੀ, ਕੁਐਸਚਨ ਪਤਾ ਨਹੀਂ ਕਿੱਥੋਂ ਆ ਗਿਆ। ਸੋ ਕੁਐਸਚਨ ਕਈ ਵਾਰੀ ਇਸ ਟਾਈਪ ਦੀਆਂ ਬੁੱਕਸ 'ਚ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਦੇਖਣਾ ਭੁੱਲ ਜਾਂਦੇ ਆ। ਹਮੇਸ਼ਾ ਯਾਦ ਰੱਖੋ, ਜਿੰਨਾ ਹਾਇਰ ਲੈਵਲ ਦਾ ਪੇਪਰ ਹੋਊਗਾ ਉੱਥੇ ਕੁਐਸਚਨ ਤੁਹਾਨੂੰ ਕਨਸੈਪਟਸ 'ਚੋਂ ਆਉਣਗੇ, ਬੇਸਿਕ ਕਨਸੈਪਟਸ 'ਚੋਂ, ਜਿਵੇਂ ਆਪਾਂ UPSC ਦਾ ਵੀ ਦੇਖਦੇ ਹੁੰਦੇ ਆ। ਸੋ ਉੱਥੇ ਜਿਹੜੀਆਂ ਤੁਹਾਡੀਆਂ ਸਕੂਲ ਬੁੱਕਸ ਹੁੰਦੀਆਂ ਨੇ ਉਹ ਬਹੁਤ ਹੈਲਪਫੁਲ ਰਹਿੰਦੀਆਂ ਨੇ। ਸੋ ਇਹ ਜਿਹੜੀਆਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਕਹੀਆਂ ਨੇ, ਇਹ ਤੁਹਾਨੂੰ ਖਰੀਦਣ ਦੀ ਲੋੜ ਨਹੀਂ। PSEB ਦੀ ਅਫੀਸ਼ੀਅਲ ਵੈਬਸਾਈਟ ਤੇ ਜਾਓਗੇ ਤਾਂ ਉੱਥੇ ਤੁਹਾਨੂੰ ਸਾਰੀਆਂ ਟੈਕਸਟ ਬੁੱਕ ਦੇ ਪ੍ਰੋਪਰ PDF ਮਿਲ ਜਾਂਦੀ ਹੈ। ਜਿਵੇਂ ਆਪਾਂ NCERT ਵੀ ਆਨਲਾਈਨ ਡਾਊਨਲੋਡ ਕਰ ਸਕਦੇ ਹਾਂ, ਉਸੇ ਤਰ੍ਹਾਂ ਇਹ ਸਾਰੀਆਂ ਇੰਗਲਿਸ਼ ਮੀਡੀਅਮ ਦੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਵੀ ਅਵੇਲੇਬਲ ਨੇ ਆਨਲਾਈਨ। ਇਹ ਤੁਸੀਂ ਇਹਨਾਂ ਦੀ PDF ਹੀ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। ਹੁਣ ਆਪਾਂ ਨੇ ਸਿਲੇਬਸ ਦੇਖ ਲਿਆ। ਨੈਕਸਟ ਚੀਜ਼ ਆਉਂਦੀ ਹੈ ਕਿ ਆਪਾਂ ਨੇ ਇਹ ਥਿਊਰੀ ਵਾਲਾ ਸਿਲੇਬਸ ਕਰਨ ਤੋਂ ਬਾਅਦ ਨਾਲ ਹੋਰ ਕੀ ਚੀਜ਼ ਕਰਨੀ ਹੈ, ਪ੍ਰੈਕਟਿਸ ਕਿਹੜੀਆਂ ਚੀਜ਼ਾਂ ਦੀ ਕਰਨੀ ਹੈ। ਸੋ ਇੱਕ ਤਾਂ ਘੱਟੋ ਘੱਟ ਜਿਹੜੇ ਪੰਜਾਬ PCS ਦੇ ਕੁਐਸਚਨ ਪੇਪਰ ਨੇ ਪਿਛਲੇ 4 ਤੋਂ 5 ਸਾਲਾਂ ਦੇ ਪ੍ਰੈਕਟਿਸ ਕਰੋ। ਜਿਵੇਂ ਮੈਂ ਤੁਹਾਨੂੰ ਦੱਸਿਆ 2010 ਚ ਹੋਇਆ, ਫਿਰ 2012 ਚ ਪੇਪਰ ਹੋਇਆ, 14 ਚ, 15, 18, 21। ਸੋ ਜਦੋਂ ਹੁਣ ਤੁਸੀਂ ਨੈਕਸਟ ਪੇਪਰ ਦੇਣਾ, ਜੋ ਆਪਾਂ ਮੰਨ ਕੇ ਚੱਲ ਰਹੇ ਹਾਂ ਕਿ 2023 ਚ ਹੋ ਸਕਦਾ ਹੈ, ਨਹੀਂ ਤਾਂ 2023 ਚ ਡੈਫੀਨੇਟਲੀ ਇਹਦੀ ਨੋਟੀਫਿਕੇਸ਼ਨ ਆ ਜਾਊਗੀ, ਕਿਉਂਕਿ ਬਹੁਤ ਜ਼ਿਆਦਾ ਸਾਲਾਂ ਦਾ ਗੈਪ ਨਹੀਂ ਹੁੰਦਾ। 2021 ਵਾਲਾ ਪੇਪਰ ਵੀ ਕੋਵਿਡ ਕਰਕੇ ਲੇਟ ਹੋ ਗਿਆ ਸੀ, ਉਹਦੀ ਨੋਟੀਫਿਕੇਸ਼ਨ 2020 ਦੀ ਹੀ ਆਈ ਹੋਈ ਸੀ। ਸੋ ਇਸੇ ਲਈ ਆਪਾਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਹੁਣ 2023 ਐਕਸਪੈਕਟਡ ਈਅਰ ਹੈ ਪੰਜਾਬ PCS ਦੇ ਲਈ। ਸੋ ਇਹ ਸਾਰੇ ਸਾਲਾਂ ਦੇ ਤੁਸੀਂ ਪਹਿਲਾਂ ਤਾਂ ਪ੍ਰੀਵੀਅਸ ਈਅਰ ਪੇਪਰ ਦੇਖਣੇ ਨੇ, ਪੈਟਰਨ ਨੂੰ ਸਮਝੋ। ਈਵਨ ਤਿਆਰੀ ਕਰਨ ਤੋਂ ਪਹਿਲਾਂ ਵੀ ਇੱਕ ਵਾਰੀ 1-2 ਸਾਲਾਂ ਦੇ ਕੁਐਸਚਨ ਪੇਪਰ ਦੇ ਸਿਰਫ ਕੁਐਸਚਨ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਊਗਾ ਕਿ ਜਿਹੜੀ ਸਾਡੀ ਤਿਆਰੀ ਹੈ, ਲੈਵਲ ਹੈ, ਉਹ ਹੁਣ ਕਿੰਨਾ ਹੈ ਤੇ ਸਾਨੂੰ ਕਿੰਨੀ ਹੋਰ ਤਿਆਰੀ ਕਰਨ ਦੀ ਲੋੜ ਹੈ। ਉਸ ਤੋਂ ਬਾਅਦ UPSC, ਜਿਹੜੇ UPSC ਦੀ ਬੁੱਕਸ ਆਉਂਦੀਆਂ ਨੇ ਪ੍ਰੋਪਰ, ਉਹ ਮਾਰਕੀਟ 'ਚੋਂ ਈਜ਼ੀਲੀ ਮਿਲ ਜਾਂਦੀਆਂ ਨੇ, ਜਿਹਦੇ ਵਿੱਚ ਪਿਛਲੇ 10-15 ਸਾਲਾਂ ਦੇ ਸਬਜੈਕਟ ਵਾਈਜ਼ ਕੁਐਸਚਨ ਪੇਪਰ ਕੰਪਾਈਲ ਕੀਤੇ ਹੁੰਦੇ ਨੇ, ਪ੍ਰੋਪਰ ਉਹਨਾਂ ਦੀ ਡਿਟੇਲ ਦਿੱਤੀ ਹੁੰਦੀ ਹੈ। ਬਹੁਤ ਵਾਰੀ ਦੇਖਿਆ ਗਿਆ ਘੱਟੋ ਘੱਟ 10-15 ਕੁਐਸਚਨ ਕਈ ਵਾਰੀ ਤਾਂ ਡਾਇਰੈਕਟਲੀ UPSC ਦੇ ਪ੍ਰੀਵੀਅਸ ਈਅਰ ਪੇਪਰ 'ਚ ਚੱਕ ਕੇ ਪਾਏ ਹੁੰਦੇ ਨੇ।
ਸੋ 10-15 ਕੁਐਸਚਨ ਬਹੁਤ ਜ਼ਿਆਦਾ ਹੁੰਦੇ ਨੇ। ਸੋ UPSC ਦੇ ਪ੍ਰੀਵੀਅਸ ਈਅਰ ਪੇਪਰ ਜ਼ਰੂਰ ਫੋਲੋ ਕਰੋ। ਇਹ ਦੋ ਚੀਜ਼ਾਂ ਤਾਂ ਤੁਸੀਂ ਕਰਨੀਆਂ ਹੀ ਕਰਨੀਆਂ ਨੇ in addition to the theory and sources that I have told you earlier। ਉਸ ਤੋਂ ਬਾਅਦ ਜਿੰਨਾ ਜ਼ਿਆਦਾ ਹੋ ਸਕੇ ਰਿਵਾਈਜ਼ ਕਰੋ, ਤੇ ਰਿਵਾਈਜ਼ ਉਦੋਂ ਹੀ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਆਪਣੀ ਤਿਆਰੀ ਟਾਈਮ ਸਿਰ ਸ਼ੁਰੂ ਕਰੋ। PCS ਕੋਈ ਐਵੇਂ ਦਾ ਪੇਪਰ ਨਹੀਂ ਕਿ ਨੋਟੀਫਿਕੇਸ਼ਨ ਆਈ ਤੁਸੀਂ 15 ਦਿਨ ਪਹਿਲਾਂ ਪੇਪਰ ਤੋਂ ਤਿਆਰੀ ਸ਼ੁਰੂ ਕਰ ਲਈ, ਤੁਹਾਡਾ ਪੇਪਰ ਕਲੀਅਰ ਹੋ ਜੂ। ਦੈਟਸ ਅ ਵੈਰੀ ਰੇਅਰ ਚਾਂਸ। ਸੋ ਤੁਸੀਂ ਜੇ ਇਸ ਪੇਪਰ ਦੀ ਸੀਰੀਅਸਲੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣਾ ਹੁਣੀ ਤੋਂ ਟਾਈਮ ਟੇਬਲ ਬਣਾਓ। ਘੱਟੋ ਘੱਟ ਤੁਹਾਨੂੰ 1 ਸਾਲ ਪੂਰਾ ਦੇਣਾ ਪਊਗਾ। So start studying now, make a timetable for self-study, get ready to dedicate 9 months to 1 year at least। ਘੱਟੋ ਘੱਟ ਮੈਂ ਤੁਹਾਨੂੰ ਕਹਿ ਰਹੀ ਹਾਂ, ਜੇ ਤੁਸੀਂ UPSC ਦੇ ਐਸਪੀਰੈਂਟ ਹੋ ਤਾਂ ਜਿਹੜੀ ਤੁਹਾਡੀ UPSC ਦੀ ਤਿਆਰੀ ਚੱਲ ਰਹੀ ਹੈ ਤੁਸੀਂ ਉਸੇ ਤਰੀਕੇ ਨਾਲ ਤਿਆਰੀ ਕਰੋ। ਬਸ ਤੁਹਾਨੂੰ ਪੰਜਾਬ GK ਅਲੱਗ ਤੋਂ ਤਿਆਰ ਕਰਨੀ ਪਊਗੀ, ਬਾਕੀ ਬਿਲਕੁਲ ਸੇਮ ਹੈ। ਦੈਨ ਕਰੰਟ ਅਫੇਅਰਸ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ, GS ਤੇ ਸਬਜੈਕਟ ਤੇ CSAT ਤੋਂ ਇਲਾਵਾ ਡੇਲੀ 1.5 ਘੰਟਾ ਘੱਟੋ ਘੱਟ ਤੁਸੀਂ ਦੇਣਾ। ਸਟੇਟਮੈਂਟ ਬੇਸਡ ਕੁਐਸਚਨਸ ਦੀ ਤਿਆਰੀ ਕਰੋ, ਡੀਟੇਲਡ ਥਿਊਰੀ ਉੱਤੇ ਜ਼ਿਆਦਾ ਫੋਕਸ ਕਰਨਾ ਹੈ। MCQs ਤੁਸੀਂ ਸਿਰਫ ਪੇਪਰ ਤੋਂ ਜਦੋਂ ਤੁਹਾਡਾ ਪੂਰਾ ਸਿਲੇਬਸ ਹੋ ਗਿਆ, ਤੁਸੀਂ ਸਾਰੀਆਂ ਬੁੱਕਸ ਪੜ੍ਹ ਲਈਆਂ, ਡੀਟੇਲ NCERTs ਕਰ ਲਈਆਂ, ਫਿਰ ਉਸ ਤੋਂ ਬਾਅਦ ਤੁਸੀਂ MCQs ਟੱਚ ਕਰਨੇ ਨੇ। ਪਹਿਲਾਂ ਤੁਹਾਡੀ ਥਿਊਰੀ ਕਲੀਅਰ ਹੋਣੀ ਚਾਹੀਦੀ ਹੈ। ਕੋਈ ਸ਼ਾਰਟਕਟ ਨਹੀਂ ਹੈ ਪੰਜਾਬ PCS ਨੂੰ ਕਲੀਅਰ ਕਰਨ ਦਾ। ਆਪਣੇ ਖੁਦ ਦੇ ਸ਼ਾਰਟ ਨੋਟਸ ਬਣਾਓ, ਬੁੱਕਸ ਦੇ ਵਿੱਚੋਂ ਮਾਈਂਡ ਮੈਪ ਬਣਾਓ। ਕੋਈ ਵੀ ਪੇਪਰ ਤੋਂ ਪਹਿਲਾਂ 2 ਮਹੀਨੇ ਪਹਿਲਾਂ ਮੌਕ ਟੈਸਟ ਸੀਰੀਜ਼ ਕਿਸੇ ਵਧੀਆ ਇੰਸਟੀਚਿਊਟ ਦੀ ਜੁਆਇਨ ਕਰੋ, ਰਿਵਾਈਜ਼ ਨਾਲ ਦੀ ਨਾਲ ਤੁਸੀਂ ਕਰਦੇ ਰਹਿਣਾ। ਸੋ ਇਹ ਇੱਕ ਸਹੀ ਸਟ੍ਰੈਟਜੀ ਹੈ, ਸਹੀ ਅਪਰੋਚ ਹੈ ਐਜ਼ ਪਰ ਮਾਈ ਐਕਸਪੀਰੀਅੰਸ। ਰੈਸਟ ਇਟਸ ਕੰਪਲੀਟਲੀ ਅਪ ਟੂ ਯੂ। ਤੁਸੀਂ ਆਪਣਾ ਟਾਈਮ ਟੇਬਲ ਕਿਵੇਂ ਦਾ ਬਣਾਉਣਾ ਚਾਹੁੰਦੇ ਹੋ। ਜੇ ਤੁਸੀਂ ਕੋਈ ਹੋਰ ਆਪਣੇ ਅਕੋਰਡਿੰਗ ਸੋਰਸ ਚੇਂਜ ਕਰਨਾ ਚਾਹੁੰਦੇ ਹੋ ਜਾਂ ਐਡ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ, ਪਰ ਮੈਂ ਕਾਫੀ ਡੀਟੇਲ ਰਿਸਰਚ ਕਰਨ ਤੋਂ ਬਾਅਦ ਹੀ ਤੁਹਾਨੂੰ ਇਹ ਸਾਰੇ ਸੋਰਸਿਸ ਦੱਸੇ ਨੇ। ਉਸ ਤੋਂ ਬਾਅਦ ਟਾਈਮ ਟੇਬਲ ਸਭ ਤੋਂ ਜ਼ਰੂਰੀ ਹੈ। ਆਪਣਾ ਤੁਸੀਂ ਦੇਖੋ, ਜੇ ਤੁਸੀਂ ਕੋਈ ਜੌਬ ਕਰ ਰਹੇ ਹੋ ਤਾਂ ਉਹਦੇ ਅਕੋਰਡਿੰਗ ਦੇਖੋ, ਵੀਕਐਂਡਸ ਤੇ ਜ਼ਿਆਦਾ ਟਾਈਮ ਦਿਓ, ਛੁੱਟੀ ਵਾਲੇ ਦਿਨ ਨੂੰ ਜ਼ਿਆਦਾ ਘੰਟੇ ਆਪਣੇ ਐਲੋਕੇਟ ਕਰੋ, ਕਿਉਂਕਿ ਜਿਹੜਾ ਹੁਣੇ ਪੰਜਾਬ PCS ਦਾ ਪੇਪਰ ਹੈ ਇਹ ਡੈਫੀਨੇਟਲੀ ਹੈ ਕਿ 2023 ਚ ਇਹਦੀ ਨੋਟੀਫਿਕੇਸ਼ਨ ਤਾਂ ਆਪਾਂ ਨੂੰ ਦੇਖਣ ਨੂੰ ਮਿਲ ਹੀ ਜਾਣੀ ਹੈ। ਸੋ ਇਹਦੀ ਤਿਆਰੀ ਹੈ ਜਿਹੜੀ ਉਹ ਹੁਣੀ ਤੋਂ ਹੀ ਤੁਹਾਨੂੰ ਸਟਾਰਟ ਕਰਨੀ ਪਊਗੀ, ਤਾਂ ਕਿਤੇ ਜਾ ਕੇ ਤੁਹਾਡਾ ਪੇਪਰ ਕਲੀਅਰ ਹੋ ਸਕਦਾ ਹੈ। ਸੋ ਦੈਟਸ ਆਲ ਫॉर ਟੂਡੇ। ਬਾਕੀ ਜੇ ਤੁਹਾਨੂੰ ਕੋਈ ਹੋਰ ਕੁਇਰੀ ਹੈ ਜਾਂ ਕੋਈ ਹੋਰ ਡਾਊਟ ਹੈ ਤਾਂ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ on legalvictor02896@gmail.com। ਥੈਂਕ ਯੂ ਐਂਡ ਗੁੱਡ ਲੱਕ।